ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ। ਕਵੀ ਕੀ ਆਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਬਾਰੇ? दो चांद के टुकड़े हैं ये रुखसार नहीं हैं, सुर्ख होने पे भी नूर है ये नार नहीं है, अब आगे दहन मिलने के आसार नहीं है, जोगी जिसे पाले ये वो आसार नहीं है, होठों के मुकाबिल में निबात हो नहीं सकती, लब मिलते ही शीरी से बात हो नहीं सकती। ਗੁਰੂ ਪਾਤਸ਼ਾਹ ਦੀਆਂ ਗੱਲਾਂ ਚੰਦ ਦੇ ਦੋ ਟੁਕੜਿਆਂ ਵਾਂਗ ਨੂਰਾਨੀ ਸਨ, ਅਜੀਬ ਨੂਰਾਨੀ ਨੂਰ ਨਾਲ ਭਰਪੂਰ ਸਨ। ਗੱਲਾਂ ਦੀ ਲਾਲੀ ਦੀ ਪ੍ਰਕਾਸ਼ਮਾਨਤਾ ਅੰਗਿਆਰਾਂ ਵਾਂਗ ਨਹੀਂ ਬਲਕਿ ਅਜੀਬ ਤੇ ਰਹੱਸਮਈ ਨੂਰ ਨਾਲ ਭਰਪੂਰ ਸੀ। ਗੱਲ ਕੀ ਅੰਗ ਅੰਗ ਦੇ ਵਿੱਚੋਂ ਇਲਾਹੀ ਨੂਰ ਦੇ ਚਸ਼ਮੇ ਫੁੱਟ ਰਹੇ ਸਨ, ਜਿਨ੍ਹਾਂ ਕੋਈ ਭੇਦ ਕੋਈ ਨਹੀਂ ਸੀ ਪਾ ਸਕਦਾ। ਹਰ ਤਰ੍ਹਾਂ ਦੇ ਸਰੀਰਕ ਭੇਦਾਂ ਦਾ ਜਾਣਕਾਰ ਵੀ ਗੁਰੂ ਸਾਹਿਬ ਦੇ ਨੂਰਾਨੀ ਜਿਸਮ ਦੇ ਅਗੰਮੀ ਜਲਵਿਆਂ ਦਾ ਭੇਦ ਨਹੀਂ ਸੀ ਪਾ ਸਕਦਾ। ਗੁਰੂ ਸਾਹਿਬ ਦੇ ਬੁੱਲਾਂ ਹੋਠਾਂ ਦੀ ਤਾਰੀਫ ਤਾਂ ਲਿਖੀ ਹੀ ਨਹੀਂ ਜਾ ਸਕਦੀ, ਕਿਉਂਕਿ ਬੁੱਲਾਂ ਦੀ ਮਿੱਠਤ ਦਾ ਮੁਕਾਬਲਾ ਤਾਂ ਮਿਸ਼ਰੀ ਵੀ ਨਹੀਂ ਕਰ ਸਕਦੀ। ਪਾਤਸ਼ਾਹ ਮੁਖਾਰਬਿੰਦ ਤੋਂ ਬਚਨ ਫਰਮਾਉਂਦੇ ਤਾਂ ਫੁੱਲ ਝੜਦੇ ਸਨ। ਸ਼ਬਦਾਂ ਵਿੱਚ ਮਠਿਆਈ ਵਰਗੀ ਮਿੱਠਤ ਸੀ। ਚਿਹਰਾ ਥਾ ਮਹਚਾਰ ਦਹਮ ਸ੍ਰੀਸ਼ ਥੀ हाला, मूछें थी या खत नूर की मिशरत भी थी काला, कहता लब लाली को था हर देखने वाला, कस्तूरी के जंगल में खिला है गुल लाला, गर्दन पे रुए शाह की तमसील क्या लिखूं, थी पीड़े पे ग्रंथ मुकद्दस खुला क्या लिखूं। गुरु साहिब दा नूरानी मुखड़ा 14ਵੀਂ ਦੇ ਚੰਦ ਦੀ ਤਰ੍ਹਾਂ ਪ੍ਰਕਾਸ਼ਮਾਨ ਸੀ। ਸੁੰਦਰ ਮੁਖੜੇ ਉੱਪਰ ਪਾਵਨ ਦਾੜਾ ਇਸ ਤਰ੍ਹਾਂ ਸ਼ੋਭ ਰਿਹਾ ਸੀ ਜਿਵੇਂ ਚੰਦਰਮਾ ਦੁਆਲੇ ਪਰਵਾਰ ਪਿਆ ਹੋਵੇ। ਮੁੱਛਾਂ ਐਸੀਆਂ ਸੁੰਦਰ ਸਨ ਜਿਵੇਂ ਕਿਸੇ ਲਿਖਾਰੀ ਦੀ ਲਿਖਣ ਲਈ ਤਿਆਰ ਕੀਤੀ ਮਿੱਤਰ ਹੋਵੇ, ਅਰਥਾਤ ਬੜੇ ਹੀ ਸੁੰਦਰ ਆਕਾਰ ਵਿੱਚ ਸ਼ੋਭ ਰਹੀਆਂ ਸਨ। ਗੁਰੂ ਸਾਹਿਬ ਦੇ ਬੁੱਲਾਂ ਦੀ ਲਾਲੀ ਇੰਨੀ ਖੂਬਸੂਰਤ ਸੀ ਕਿ ਹਰ ਕੋਈ ਵੇਖਣ ਵਾਲਾ ਤੱਕ ਕੇ ਕਹਿੰਦਾ ਸੀ ਕਿ ਪਾਵਨ ਮੁਖੜੇ ਉੱਪਰ ਬੁੱਲ ਇਸ ਤਰ੍ਹਾਂ ਸ਼ੋਭ ਰਹੇ ਹਨ ਜਿਵੇਂ ਕਸਤੂਰੀ ਦੇ ਸੁਗੰਧਮਈ ਜੰਗਲ ਵਿੱਚ ਪੋਸਤ ਦਾ ਗੂੜਾ ਲਾਲ ਫੁੱਲ ਖਿੜਿਆ ਹੋਵੇ। ਗੋਰੀ ਤੇ ਸੁੰਦਰ ਗਰਦਨ ਉੱਪਰ ਗੁਰੂ ਪਾਤਸ਼ਾਹ ਦੇ ਨੂਰਾਨੀ ਚਿਹਰੇ ਦੀ ਤਾਰੀਫ ਤਾਂ ਲਿਖੀ ਨਹੀਂ ਜਾ ਸਕਦੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪੀੜੇ ਉੱਪਰ ਕੋਈ ਪਵਿੱਤਰ ਗ੍ਰੰਥ ਖੁੱਲਾ ਪਿਆ ਹੋਵੇ। दाढ़ी थी या कि मुसहिफ रुख का गिलाफ था, काले उछाड़ पर जो खुला साफ साफ था, शानों की सज का गैर को भी एहतराफ था, बाजू के बल का गुलगुला जा पहुँचा काफ था, कुब्बत से देव जचते न जिन थे निगाह में, बख्शा था हक ने जोर वो वाजहे शाह में। ਪਾਤਸ਼ਾਹ ਦੇ ਪਵਿੱਤਰ ਦਾੜੇ ਦੀ ਤਾਰੀਫ ਕਰਦਾ ਕਵੀ ਉਚੇਰੀ ਬੁਲੰਦੀ ਦੀ ਕਾਵ ਉਡਾਰੀ ਸਦਕਾ ਬਿਆਨ ਕਰਦਾ ਹੈ ਕਿ ਗੁਰੂ ਸਾਹਿਬ ਦੇ ਕਾਲੇ ਅਤੇ ਮਖਮਲੀ ਦਾੜੇ ਵਿੱਚ ਸ਼ੋਭਦਾ ਸੁੰਦਰ ਮੁਖੜਾ ਇੰਜ ਲੱਗ ਰਿਹਾ ਸੀ ਜਿਵੇਂ ਕਾਲੇ ਗਿਲਾਫ ਨੂੰ ਵਿਛਾ ਕੇ ਉੱਪਰ ਮੁਕੱਦਸ ਕੁਰਾਨ ਸ਼ਰੀਫ ਖੁੱਲ੍ਹਾ ਪਿਆ ਹੋਵੇ। ਅਰਥਾਤ ਕਾਲੇ ਦਾੜੇ ਨਾਲ ਪ੍ਰਕਾਸ਼ਮਾਨ ਮੁਖੜਾ ਇੰਨਾ ਸ਼ੋਭ ਰਿਹਾ ਸੀ ਜਿਸ ਦੀ ਸਿਫਤ ਲਿਖੀ ਨਹੀਂ ਜਾ ਸਕਦੀ। ਮੋਢੇ ਇੰਨੇ ਬਲਵਾਨ ਅਤੇ ਸੁੰਦਰ ਸਨ ਜਿਨ੍ਹਾਂ ਦਾ ਲੋਹਾ ਵਿਰੋਧੀ ਨੂੰ ਵੀ ਮੰਨਣਾ ਪੈਂਦਾ ਸੀ। ਗੁਰੂ ਸਾਹਿਬ ਦੇ ਬਾਹੂਬਲ ਦਾ ਬੋਲਬਾਲਾ ਤਾਂ ਕਾਲੇ ਸਾਗਰ ਤੱਕ ਮਸ਼ਹੂਰ ਸੀ। ਗੁਰੂ ਪਾਤਸ਼ਾਹ ਦਾ ਜਿਸਮ ਐਸੀ ਸ਼ਕਤੀ ਨਾਲ ਬਾਹੂਬਲ ਨਾਲ ਭਰਪੂਰ ਸੀ ਜਿਸ ਦੇ ਸਾਹਮਣੇ ਆਕਾਸ਼ੀ ਦੇਵਤੇ ਤੇ ਦੈਂਤ ਕੋਈ ਅਹਿਮੀਅਤ ਨਹੀਂ ਰੱਖਦੇ ਸਨ। ਦਰਅਸਲ ਪਾਤਸ਼ਾਹ ਦੀਆਂ ਬਾਹਾਂ ਵਿੱਚ ਅਕਾਲ ਪੁਰਖ ਨੇ ਐਸੀ ਅਦੁੱਤੀ ਸ਼ਕਤੀ ਬਖਸ਼ੀ ਸੀ ਜੋ ਕਿਸੇ ਹੋਰ ਵਿੱਚ ਨਹੀਂ ਸੀ। कोहनी गठी हुई थी कलाई भरी हुई, कुब्बत से ये भी और थी वो भी भरी हुई, पंजे से 5 शेरों की कस थी भरी हुई, उंगली की पोर पोर में बिजली परी हुई, सीना मिसाल आईने की साफ पाक था, सतगुर के दुश्मनों को भी ये एहतराफ था। गुरु साहिब दे अदुੱਤੀ ਬਾਹੂਬਲ ਦਾ ਨਕਸ਼ਾ ਖਿੱਚਦਾ ਕਵੀ ਵਰਣਨ ਕਰਦਾ ਹੈ ਕਿ ਗੁਰੂ ਸਾਹਿਬ ਦੀ ਅਰਕਾਂ ਗਠੀਲੀਆਂ ਸਨ ਤੇ ਗੁੱਟਾਂ ਦੇ ਨੇੜਿਓਂ ਕਲਾਈ ਭਰੀ ਹੋਈ ਸੀ। ਸ਼ਕਤੀ ਦੇ ਨਾਲ ਗੁਰੂ ਸਾਹਿਬ ਦੀਆਂ ਬਾਹਾਂ ਬਲ ਨਾਲ ਭਰਪੂਰ ਲੱਗਦੀਆਂ ਸਨ। ਹੱਥਾਂ ਦੇ ਪੰਜਿਆਂ ਵਿੱਚ 5-5 ਸ਼ੇਰਾਂ ਦੇ ਬਲ ਜਿੰਨੀ ਜਕੜਨ ਦੀ ਤਾਕਤ ਭਰੀ ਹੋਈ ਸੀ। ਉਂਗਲੀ ਦਾ ਪੋਟਾ ਪੋਟਾ ਅਦੁੱਤੀ ਸ਼ਕਤੀ ਦੇ ਨਾਲ ਭਰਪੂਰ ਸੀ ਜਿਵੇਂ ਕੋਈ ਬਿਜਲੀ ਊਰਜਾ ਪੋਟੇ ਪੋਟੇ ਦੇ ਵਿੱਚ ਭਰੀ ਹੋਈ ਸੀ। ਗੁਰੂ ਸਾਹਿਬ ਦਾ ਸੀਨਾ ਸ਼ੀਸ਼ੇ ਵਾਂਗ ਸਾਫ਼ ਤੇ ਹਿਰਦਾ ਪਵਿੱਤਰ ਸੀ। ਗੁਰੂ ਸਾਹਿਬ ਦੇ ਦੁਸ਼ਮਣ ਵੀ ਪਾਤਸ਼ਾਹ ਦੇ ਬਾਹੂਬਲ ਦਾ ਲੋਹਾ ਮੰਨਦੇ ਸਨ। ये पुश्त पाक पुश्त पनाह जहान है, सिखों को इनका फ़ख्र है, सिंहों को मान है, बचती इसी के साया में बेकस की जान है, हिंदुस्तान की ढाल यही बेगुमान है, जिस सर पे छाई उस पे आफत गिरी नहीं है, चरख भी गवा ये रन में फिरी नहीं।
ਗੁਰੂ ਘਰ ਦੀ ਸ਼ਰਨ ਆਏ ਕੰਠ ਲਾਏ ਦੀ ਮਹਾਨ ਮਰਿਆਦਾ ਦਾ ਜ਼ਿਕਰ ਕਰਦਾ ਕਵੀ ਲਿਖਦਾ ਹੈ, ਇਹ ਗੁਰੂ ਘਰ ਪੀੜ੍ਹੀਆਂ ਤੋਂ ਪਵਿੱਤਰ ਕਾਰਜਾਂ ਨਾਲ ਜੁੜਿਆ ਹੋਇਆ ਹੈ। ਪੀੜ੍ਹੀਆਂ ਪੁਸ਼ਤਾਂ ਤੋਂ ਇਹ ਸ਼ਰਨ ਆਏ ਨੂੰ ਸੀਨੇ ਨਾਲ ਲਗਾਉਂਦਾ ਰਿਹਾ ਹੈ। ਗੁਰੂ ਸਿੱਖਾਂ ਅਤੇ ਖਾਲਸੇ ਸੂਰਮਿਆਂ ਨੂੰ ਗੁਰੂ ਘਰ ਦੀ ਇਸ ਮਹਾਨ ਮਰਿਆਦਾ ਉੱਪਰ ਗੌਰਵ ਅਤੇ ਮਾਣ ਹੈ। ਸਾਰੇ ਜਾਣਦੇ ਹਨ ਕਿ ਜਿਹੜਾ ਵੀ ਇਸ ਮਰਿਆਦਾ ਪੂਰਨ ਗੁਰੂ ਘਰ ਦੀ ਸ਼ਰਨ ਵਿੱਚ ਆਇਆ ਹੈ ਜਾਂ ਇਸ ਵੀ ਨਿਮਾਣੇ ਲਾਚਾਰ ਨੇ ਇਸ ਦਰ ਘਰ ਦਾ ਓਟ ਆਸਰਾ ਲਿਆ, ਉਸ ਨੂੰ ਪੂਰਨ ਸੁਰੱਖਿਆ ਅਤੇ ਸਤਿਕਾਰ ਦਿੱਤਾ ਗਿਆ ਹੈ। ਕੋਈ ਅਤਕਥਨੀ ਨਹੀਂ ਹੈ, ਖਾਲਸਾ ਹਿੰਦੁਸਤਾਨ ਦੀ ਢਾਲ ਹੈ। ਜਿਹੜਾ ਵੀ ਇਸ ਢਾਲ ਦੀ ਛਾਂ ਹੇਠ ਆ ਗਿਆ ਜਾਂ ਸ਼ਰਨ ਲੈ ਲਈ ਉਹ ਮਹਿਫੂਜ਼ ਹੋ ਗਿਆ। ਆਕਾਸ਼ ਵੀ ਇਸ ਗੱਲ ਦਾ ਗਵਾਹ ਹੈ ਕਿ ਜਿਹੜਾ ਵੀ ਗੁਰੂ ਘਰ ਜਾਂ ਗੁਰੂ ਦੇ ਖਾਲਸੇ ਦੀ ਸ਼ਰਨ ਆ ਗਿਆ, ਖਾਲਸੇ ਨੇ ਹਰ ਔਕੜ ਵਿੱਚ ਮਦਦ ਕੀਤੀ ਅਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਤੋਂ ਪਾਸਾ ਨਹੀਂ ਵੱਟਿਆ। खोले ग्रंथ पाक को बैठे हजूर थे, उपदेश सुन के हो चुके सबको सरूर थे। जितने भी सामियान वो नज़दीक दूर थे, उन सब के रुख पे नूर के पैदा ज़हूर थे। तासीर थी जुबा पे ये ताकत थी या बयान में, रूह फूंक गई धर्म की थी एक एक जबा में। ਅੰਮ੍ਰਿਤ ਵੇਲੇ ਦਾ ਸਮਾਂ ਸੀ। ਗੁਰੂ ਪਾਤਸ਼ਾਹ ਪਾਵਨ ਗੁਰਬਾਣੀ ਦਾ ਕੋਈ ਮੁਕੱਦਸ ਗ੍ਰੰਥ ਖੋਲ੍ਹ ਕੇ ਸਿੰਘਾਂ ਨੂੰ ਗੁਰਬਾਣੀ ਸੁਣਾ ਰਹੇ ਸਨ। ਪਾਵਨ ਗੁਰਬਾਣੀ ਦੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਸੁਣ ਕੇ ਸਿੰਘਾਂ ਨੂੰ ਅਗੰਮੀ ਖੁਮਾਰੀਆਂ ਚੜ੍ਹੀਆਂ ਹੋਈਆਂ ਸਨ। ਗੁਰੂ ਪਾਤਸ਼ਾਹ ਦੇ ਪਾਵਨ ਮੁਖਾਰਬਿੰਦ ਤੋਂ ਗੁਰਬਾਣੀ ਅਤੇ ਗੁਰੂ ਸ਼ਬਦ ਦੀ ਵਿਚਾਰ ਸੁਣਨ ਵਾਸਤੇ ਸਾਰੇ ਸਿੰਘ ਬੜੇ ਇੱਕ ਮਨ ਇੱਕ ਚਿੱਤ ਹੋ ਕੇ ਨੇੜੇ ਤੋਂ ਦੂਰ ਬੈਠੇ ਹੋਏ ਸਨ, ਪਰੰਤੂ ਸਾਰੇ ਹੀ ਅੰਮ੍ਰਿਤ ਬਾਣੀ ਵਿੱਚ ਲੀਨ ਹੋਏ ਪਏ ਸਨ। ਸਾਰਿਆਂ ਦੇ ਚਿਹਰਿਆਂ ਉੱਪਰ ਰੱਬੀ ਨੂਰ ਦੀ ਝਲਕ ਦਾ ਚਾਨਣ ਪ੍ਰਤੱਖ ਰੂਪ ਵਿੱਚ ਨਜ਼ਰ ਆ ਰਿਹਾ ਸੀ। ਗੁਰੂ ਪਾਤਸ਼ਾਹ ਜਦੋਂ ਸ਼ਬਦ ਗੁਰੂ ਦੇ ਅੰਮ੍ਰਿਤਮਈ ਪ੍ਰਵਚਨਾਂ ਨੂੰ ਸਿੰਘਾਂ ਨੂੰ ਸੁਣਾ ਰਹੇ ਸਨ ਤਾਂ ਗੁਰੂ ਸਾਹਿਬ ਦੇ ਲਫ਼ਜ਼ਾਂ ਵਿੱਚ ਇੱਕ ਖਾਸ ਤਰ੍ਹਾਂ ਦੀ ਨੂਰਾਨੀ ਤਾਕਤ ਸੀ ਅਤੇ ਜ਼ੁਬਾਨ ਵਿੱਚੋਂ ਨਿਕਲ ਰਹੇ ਸ਼ਬਦਾਂ ਵਿੱਚ ਖਾਸ ਤਰ੍ਹਾਂ ਦਾ ਅਸਰ ਸੀ। ਗੁਰੂ ਉਪਦੇਸ਼ਾਂ ਦੇ ਅਗੰਮੀ ਅਸਰ ਸਦਕਾ ਹਰੇਕ ਸੂਰਮੇ ਅੰਦਰ ਕੋਈ ਨੂਰਾਨੀ ਜੋਸ਼ ਭਰ ਚੁੱਕਿਆ ਸੀ ਅਤੇ ਅਗੰਮੀ ਖੁਮਾਰੀਆਂ ਦੇ ਨਸ਼ੇ ਚੜ੍ਹ ਚੁੱਕੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਇਸ ਤਰ੍ਹਾਂ ਹੀ ਗੰਜ ਸ਼ਹੀਦਾਂ ਦਾ ਖਜ਼ਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜ਼ਿੰਦਗੀ ਦੇ ਕੁਝ ਪੰਨਿਆਂ ਤੋਂ ਅਸੀਂ ਕੁਝ ਵਰਕ ਕੇ ਫਰੋਲਣ ਦੀ ਕੋਸ਼ਿਸ਼ ਕਰਾਂਗੇ। ਆਪ ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।